ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਆਪਾਂ ਭਾਈ ਜੋਤ ਸਿੰਘ ਜੀ ਹੋਣਾ ਦੀ ਪੁਸਤਕ ਸੋਨ ਚਿੜੀ ਚਿੜੀ ਗੈਣ ਵਿੱਚੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਆਖਰੀ ਦਿੱਲੀ ਹਾਜ਼ਰੀ ਉੱਤੇ ਪ੍ਰਸੰਗ ਪੜਾਂਗੇ। ਸੋ ਆਓ ਸਰਵਣ ਕਰੀਏ। ਦੁਸ਼ਹਿਰੇ ਦੇ ਦਿਨਾਂ ਵਿੱਚ ਅਖੰਡ ਕੀਰਤਨੀ ਜਥੇ ਦੇ ਸਮਾਗਮ ਰੱਖ ਕੇ ਭਾਈ ਸਾਹਿਬ ਜੀ ਦਿੱਲੀ ਦੀਆਂ ਸੰਗਤਾਂ ਨੂੰ ਨਿਹਾਲ ਕਰਦੇ ਰਹੇ। ਇਸ ਸਮਾਗਮ ਸਮੇਂ ਸੰਗਤਾਂ ਸਭ ਪ੍ਰਾਂਤਾਂ ਤੋਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਪ੍ਰਦੇਸ਼ਾਂ ਤੋਂ ਵੀ ਸੰਗਤ ਨੇ ਇਸ ਸਮਾਗਮ ਤੇ ਹਾਜ਼ਰੀ ਭਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਲੁਧਿਆਣੇ ਤੋਂ ਬਾਅਦ ਦੂਜੇ ਨੰਬਰ ਤੇ ਦਿੱਲੀ ਦੇ ਸਮਾਗਮ ਦੀ ਮਹੱਤਤਾ ਬਣ ਗਈ। ਬਹੁਤ ਹੀ ਪ੍ਰੇਮ ਪੂਰਵਕ ਸੰਗਤਾਂ ਦੀ ਸੇਵਾ ਸੰਭਾਲ ਹੁੰਦੀ ਰਹੀ ਅਤੇ ਹੁਣ ਤਾਈਂ ਹੋ ਰਹੀ ਹੈ। ਸੱਚੇ ਪਾਤਸ਼ਾਹ ਦੀ ਮਿਹਰ ਨਾਲ ਇਹ ਮਾਣ ਦਿੱਲੀ ਦੀਆਂ ਸੰਗਤਾਂ ਨੂੰ ਪ੍ਰਾਪਤ ਹੁੰਦਾ ਹੀ ਆ ਰਿਹਾ ਹੈ। ਜੋ ਕੀਰਤਨ ਅਖਾੜੇ ਇਨ੍ਹਾਂ ਸਮਾਗਮਾਂ ਵਿੱਚ ਰਚੇ ਜਾਂਦੇ ਰਹੇ, ਉਹਨਾਂ ਦੇ ਲਾਭ ਦਾ ਅੰਦਾਜ਼ਾ ਵੀ ਨਹੀਂ ਲੱਗ ਸਕਦਾ। ਕੇਵਲ 1958 ਦੇ ਦਿੱਲੀ ਦੇ ਸਮਾਗਮ ਬਾਰੇ ਲਿਖਣਾ ਇਸ ਲਈ ਜ਼ਰੂਰੀ ਸਮਝਿਆ ਹੈ ਕਿ ਇਸ ਸਾਲ ਭਾਈ ਸਾਹਿਬ ਜੀ ਦੀ ਸਮਾਗਮ ਸਮੇਂ ਦਿੱਲੀ ਵਿੱਚ ਅੰਤਿਮ ਫੇਰੀ ਸੀ। ਇਹ ਸਮਾਗਮ ਉਹਨਾਂ ਦੇ ਚੜ੍ਹਾਈ ਕਰਨ ਤੋਂ 2.5 ਕੁ ਸਾਲ ਪਹਿਲਾਂ ਹੋਇਆ। ਦਿੱਲੀ ਦੀਆਂ ਸੰਗਤਾਂ ਨੇ 1958 ਦੇ ਸਮਾਗਮ ਦੀ ਖੂਬ ਤਿਆਰੀ ਕੀਤੀ ਹੋਈ ਸੀ। ਆਰੰਭ ਤੋਂ ਲੈ ਕੇ ਵਿਦਾਇਗੀ ਤੱਕ ਦੇ ਸਭ ਪ੍ਰੋਗਰਾਮ ਉਲੀਕੇ ਜਾ ਚੁੱਕੇ ਸਨ। 3-4 ਦਿਨਾਂ ਪਹਿਲਾਂ ਲੁਧਿਆਣੇ ਤੋਂ ਸੁਨੇਹਾ ਆ ਗਿਆ ਕਿ ਭਾਈ ਸਾਹਿਬ ਜੀ ਦੀ ਸਿਹਤ ਦੀ ਨਿਰਬਲਤਾ ਵਜੋਂ ਡਾਕਟਰਾਂ ਦੀ ਮਨਾਹੀ ਕਾਰਨ ਇਸ 1958 ਦੇ ਸਮਾਗਮ ਤੇ ਹਾਜ਼ਰ ਨਹੀਂ ਹੋ ਸਕਦੇ। ਦਿੱਲੀ ਦੀਆਂ ਸੰਗਤਾਂ ਵਿੱਚ ਨਿਰਾਸ਼ਤਾ ਛਾ ਗਈ। ਸੰਗਤ ਦੀ ਜ਼ਬਰਦਸਤ ਇੱਛਾ ਸੀ ਕਿ ਭਾਈ ਸਾਹਿਬ ਜੀ ਨੂੰ ਜਿਸ ਤਰ੍ਹਾਂ ਵੀ ਹੋ ਸਕੇ ਸਮਾਗਮ ਤੇ ਜ਼ਰੂਰ ਲਿਆਂਦਾ ਜਾਵੇ। ਇੱਥੇ ਆ ਕੇ ਭਾਵੇਂ ਉਹ ਨਿਵਾਸ ਸਥਾਨ ਤੇ ਆਰਾਮ ਹੀ ਕਰਦੇ ਰਹਿਣ, ਪਰ ਉਹਨਾਂ ਦੇ ਉਤਸ਼ਾਹਮਈ ਦਰਸ਼ਨ ਚਾਹੇ ਅਲਪਕਾਲ ਲਈ ਹੋਣ, ਸਮਾਗਮ ਸਮੇਂ ਜ਼ਰੂਰ ਹੋਣੇ ਚਾਹੀਦੇ ਹਨ। ਪਰੰਤੂ ਦਿੱਲੀ ਨਿਵਾਸੀ ਸੰਗਤ ਦੀ ਨਿਰਾਸ਼ਤਾ ਆਪਣੀ ਸਿਖਰ ਤੇ ਪੁੱਜ ਗਈ। ਭਾਈ ਬਲਬੀਰ ਸਿੰਘ ਜੀ ਸਪੁੱਤਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਭਾਈ ਸੱਜਣ ਸਿੰਘ ਜੀ ਅਤੇ ਹੋਰ ਬਹੁਤ ਸਾਰੇ ਸੰਬੰਧਿਤ ਸੱਜਣਾਂ ਨੂੰ ਹਫ਼ਤਾ ਪਰ ਬਾਰ-ਬਾਰ ਟੈਲੀਫੋਨ ਕਰਦੇ ਰਹਿਣ ਪਿੱਛੋਂ ਵੀ ਪ੍ਰਵਾਨਗੀ ਨਾ ਮਿਲੀ। ਉਹਨਾਂ ਨੇ ਐਸਾ ਡਰਾਇਆ ਕਿ ਸਫ਼ਰ ਵਿੱਚ ਕੋਈ ਘਟਨਾ ਵਾਪਰ ਸਕਦੀ ਸੀ, ਜਿਸ ਕਾਰਨ ਲੈਣੇ ਦੇ ਦੇਣੇ ਬਣ ਜਾਣ। ਉਪਰੰਤ ਦਿੱਲੀ ਤੋਂ ਭਾਈ ਸੱਦਾ ਸਿੰਘ ਰਮੇਸ਼ ਨਗਰ ਵਾਲਿਆਂ ਨੂੰ ਭੇਜਿਆ ਗਿਆ। ਉਹ ਦੂਜੇ ਦਿਨ ਹੀ ਵਾਪਸ ਆ ਗਏ ਅਤੇ ਆ ਕੇ ਕਹਿਣ ਲੱਗੇ ਕਿ ਲੁਧਿਆਣੇ ਵਾਲੇ ਸੱਜਣ ਸੱਚਮੁੱਚ ਸਹੀ ਹੀ ਕਹਿੰਦੇ ਹਨ। ਭਾਈ ਸਾਹਿਬ ਜੀ ਦੀ ਸ਼ਾਰੀਰਿਕ ਹਾਲਤ ਵਾਕਈ ਠੀਕ ਨਹੀਂ ਹੈ। ਇੱਕ ਦਿਨ ਹੋਰ ਲੰਘ ਗਿਆ। ਗੁਰੂ ਜਾਣੇ ਕੀ ਭਾਣਾ ਵਰਤਿਆ। ਸਭ ਸੰਤੁਸ਼ਟ ਹੋ ਗਏ। ਸਮਾਗਮ ਸ਼ੁਰੂ ਹੋਣ ਵਿਚਕਾਰ ਕੇਵਲ ਇੱਕ ਦਿਨ ਬਾਕੀ ਸੀ। ਪਹਿਲਾ ਕੀਰਤਨ ਸਵੇਰੇ ਸੀਸਗੰਜ ਸਾਹਿਬ ਹੋਣਾ ਨਿਯਤ ਹੋ ਚੁੱਕਾ ਸੀ। ਉਂਝ ਭਾਈ ਸਾਹਿਬ ਜੀ ਦੇ ਨਿਵਾਸ ਲਈ ਆਊਟਰਮ ਸਕੁਆਇਰ ਵਿੱਚ ਹੀ ਇੰਤਜ਼ਾਮ ਕੀਤਾ ਹੋਇਆ ਸੀ, ਭਾਈ ਸ਼ਾਮ ਸਿੰਘ ਦੇ ਬੁੰਗੇ ਵਿੱਚ। ਬਾਹਰੋਂ ਆਉਣ ਵਾਲੀਆਂ ਸੰਗਤਾਂ ਦੀ ਉਡੀਕ ਵੀ ਹੋ ਰਹੀ ਸੀ। ਬਹੁਤ ਸਾਰੇ ਦਿੱਲੀ ਨਿਵਾਸੀ ਸਿੰਘ ਅਤੇ ਬੀਬੀਆਂ ਭਾਈ ਮੇਹਰ ਸਿੰਘ ਜੀ ਦੇ ਕੁਆਟਰ ਵਿੱਚ, ਜੋ ਐਲਬਰਟ ਸਕੁਆਇਰ ਵਿੱਚ ਸੀ, ਕੁਝ ਵਿਚਾਰਾ ਕਰ ਰਹੇ ਸਨ। ਦਾਸਰਾ ਵੀ ਵਿੱਚ ਸ਼ਾਮਿਲ ਸੀ। ਐਸਾ ਪਾਣਾ ਵਰਤਿਆ ਕਿ ਭਾਈ ਅਵਤਾਰ ਸਿੰਘ ਜੀ ਮਾਡਲ ਟਾਊਨ ਵਾਲਿਆਂ ਨੇ ਦਾਸਰੇ ਵੱਲ ਦੇਖਿਆ ਤੇ ਮਾਸਟਰ ਹਰਬੰਸ ਸਿੰਘ ਜੀ ਅਤੇ ਹੋਰ ਸਿੰਘਾਂ ਨੂੰ ਕਹਿਣ ਲੱਗੇ, ਜੇ ਮੇਰੀ ਗੱਲ ਮੰਨੋ ਤਾਂ ਭਾਈ ਜੋਤ ਸਿੰਘ ਨੂੰ ਦਿੱਲੀ ਦੀ ਸੰਗਤ ਵੱਲੋਂ ਅੱਜ ਹੀ ਲੁਧਿਆਣੇ ਭੇਜ ਦਿਓ। ਜੇ ਬਾਪੂ ਜੀ ਮੰਨ ਜਾਣ ਤਾਂ ਇਹ ਹਿਫਾਜ਼ਤ ਨਾਲ ਲੈ ਕੇ ਆ ਸਕਦੇ ਹਨ। ਬਸ ਸਭ ਨੇ ਇਕੇਰਾ ਫਿਰ ਆਸ਼ਾਵੰਤ ਹੋ ਕੇ ਇਹੋ ਆਵਾਜ਼ਾਂ ਕੱਢਿਆ, ਬਿਲਕੁਲ ਠੀਕ ਹੈ, ਇਹਨਾਂ ਨੂੰ ਮਾਇਆ ਕਿਰਾਏ ਲਈ ਦੇ ਦਿਓ। ਦਾਸਰਾ ਸੰਗਤ ਦੀ ਰਜ਼ਾ ਨੂੰ ਸਰ ਮੱਥੇ ਤੇ ਕਬੂਲ ਕਰਕੇ ਬੋਲਿਆ, ਦਾਸ ਜਾਵੇਗਾ, ਪਰ ਦਾਸ ਨੂੰ ਭਾੜੇ ਵਜੋਂ ਮਾਇਆ ਦੀ ਕੋਈ ਲੋੜ ਨਹੀਂ। ਦਾਸ ਪਾਸ ਰੇਲਵੇ ਦਾ ਪਾਸ ਹੈ। ਦਾਸਰਾ ਤੜਕੇ ਹੀ ਲੁਧਿਆਣੇ ਸਟੇਸ਼ਨ ਤੇ ਪੁੱਜ ਗਿਆ।
ਪਹਿਲਾਂ 9 ਵਜੇ ਸਟੇਸ਼ਨ ਮਾਸਟਰ ਨੂੰ ਮਿਲਿਆ ਤੇ ਆਪਣੇ ਆਉਣ ਦਾ ਮੁੱਦਾ ਦੱਸਿਆ। ਉਸਨੇ ਭਰੋਸਾ ਦਿਵਾਇਆ ਕਿ ਜੇਕਰ ਪ੍ਰੋਗਰਾਮ ਬਣ ਗਿਆ ਤਾਂ ਉਹਨਾਂ ਨੂੰ ਕਿਸੇ ਕਿਸਮ ਦੀ ਤਕਲੀਫ ਨਹੀਂ ਹੋਵੇਗੀ। ਤੁਸੀਂ ਮੈਨੂੰ ਟੈਲੀਫੋਨ ਤੇ ਕਨਫਰਮ ਕਰ ਦੇਣਾ। ਉਹਨਾਂ ਨੂੰ VIP ਟ੍ਰੀਟਮੈਂਟ ਦੇਵਾਂਗੇ। ਦਾਸਰਾ 10 ਵਜੇ ਭਾਈ ਸਾਹਿਬ ਜੀ ਕੋਲ ਪੁੱਜ ਗਿਆ। ਭਾਵੇਂ ਉਹ ਮੰਜੇ ਤੇ ਲੇਟੇ ਹੀ ਸਨ, ਪਰ ਸਦਾ ਵਾਂਗ ਬੜੀ ਚੜ੍ਹਦੀ ਕਲਾ ਵਿੱਚ ਸਨ। ਦਾਸਰੇ ਨੇ ਫਤਿਹ ਬੁਲਾਈ ਤੇ ਉਹਨਾਂ ਨੇ ਲੇਟਿਆਂ ਹੀ ਫਤਿਹ ਦਾ ਉੱਤਰ ਦੇ ਕੇ ਦਾਸਰੇ ਦਾ ਸਿਰ ਛਾਤੀ ਨਾਲ ਲਾ ਲਿਆ। ਉੱਥੇ ਵੱਖ-ਵੱਖ ਥਾਵਾਂ ਤੋਂ ਦਿੱਲੀ ਆਉਣ ਵਾਲੀਆਂ ਸੰਗਤਾਂ ਇਕੱਠੀ ਹੋਈਆਂ ਸਨ। ਬਾਊ ਮਲ ਸਿੰਘ ਜੀ, ਭਾਈ ਆਤਮਾ ਸਿੰਘ ਜੀ, ਭਾਈ ਦਲੀਪ ਸਿੰਘ ਤੋਂ ਬਿਨਾਂ 10 ਕੁ ਹੋਰ ਸਿੰਘ ਬੀਬੀਆਂ ਜੋ ਭਾਈ ਸਾਹਿਬ ਜੀ ਨਾਲ ਹੀ ਵਿਚਰਦੇ ਸਨ, ਉੱਥੇ ਹੀ ਸਨ। ਦਾਸਰੇ ਨੇ ਬਾਪੂ ਜੀ ਦੇ ਚਰਨ ਦਬਾਉਣੇ ਸ਼ੁਰੂ ਕੀਤੇ ਹੀ ਸਨ ਤਾਂ ਉਹ ਕਹਿਣ ਲੱਗੇ, ਬਗੈਰ ਮੇਰੇ ਬੋਲੇ ਹੀ, ਬਾਊ ਜੀ ਤੇ ਸੰਗਤਾਂ ਨੂੰ ਨਾਲ ਲੈ ਜਾ, ਸਾਨੂੰ ਤਾਂ ਡਾਕਟਰਾਂ ਨੇ ਮਨਾ ਕਰ ਦਿੱਤਾ ਹੈ। ਮੈਂ ਰੋਂਦੀ ਆਵਾਜ਼ ਵਿੱਚ ਬੋਲਿਆ, ਬਾਪੂ ਜੀ ਤੁਹਾਨੂੰ ਪਤਾ ਹੀ ਹੈ, ਦਿੱਲੀ ਦੀਆਂ ਸੰਗਤਾਂ ਤੁਹਾਡੇ ਵਿੱਚ ਨਾ ਹੋਣ ਕਾਰਨ ਅੰਦਰੋਂ ਰੋ ਰਹੀਆਂ ਹਨ। ਆਪ ਜੀ ਦੇ ਬਗੈਰ ਸਮਾਗਮ ਚੰਗਾ ਹੀ ਨਹੀਂ ਲੱਗਣਾ। ਉਹਨਾਂ ਨੇ ਭਾਈ ਬਲਵੀਰ ਸਿੰਘ ਜੀ ਤੇ ਭਾਈ ਸੱਜਣ ਸਿੰਘ ਵੱਲ ਹੱਥ ਕਰਕੇ ਕਿਹਾ, ਭਾਈ ਇਹਨਾਂ ਨੂੰ ਪੁੱਛ ਲੈ। ਦਾਸਰੇ ਨੇ ਬੇਨਤੀ ਕੀਤੀ, ਮੈਨੂੰ ਤਾਂ ਦਿੱਲੀ ਦੀ ਸੰਗਤ ਨੇ ਹੁਕਮ ਦਿੱਤਾ ਹੈ ਕਿ ਜਿਸ ਤਰ੍ਹਾਂ ਵੀ ਹੋ ਸਕੇ ਆਪ ਜੀ ਨੂੰ ਲੈ ਕੇ ਹੀ ਆਉਣਾ ਹੈ। ਬਾਪੂ ਜੀ ਕਹਿਣ ਲੱਗੇ, ਭਾਈ ਮੈਂ ਤਾਂ ਹੁਣ ਇਹਨਾਂ ਦੇ ਵਸ ਵਿੱਚ ਹਾਂ। ਗੁਰੂ ਦੀਆਂ ਗੁਰੂ ਹੀ ਜਾਣਦਾ ਹੈ ਕਿਵੇਂ ਮੇਰੇ ਮੂੰਹੋਂ ਗੁਰੂ ਨੇ ਕਢਾਇਆ। ਬਾਪੂ ਜੀ ਇਸ ਵਾਰ ਜ਼ਰੂਰ ਚੱਲੋ, ਮੈਂ ਤੁਹਾਨੂੰ ਫੁੱਲਾਂ ਵਾਂਗੂ ਲੈ ਕੇ ਜਾਵਾਂਗਾ। ਮੈਨੂੰ ਵੀ ਪਤਾ ਨਹੀਂ ਕਿ ਕੀ ਜਾਦੂ ਵਰਤਾਇਆ ਇਹਨਾਂ ਫੁੱਲਾਂ ਵਾਂਗੂ 2 ਲਫ਼ਜ਼ਾਂ ਨੇ ਕਿ ਬਾਪੂ ਜੀ ਯਕਦਮ ਉੱਠ ਕੇ ਬੈਠ ਗਏ ਅਤੇ ਮਾਮੂਲੀ ਜਿਹੀ ਤਾੜੀ ਮਾਰ ਕੇ ਕਹਿਣ ਲੱਗੇ, ਲੈ ਭਾਈ ਇਹ ਹੁਣ ਸਾਨੂੰ ਫੁੱਲਾਂ ਵਾਂਗ ਲੈ ਜਾਏਗਾ। ਬਾਊ ਮਲ ਸਿੰਘ ਜੀ ਤੇ ਹੋਰ ਸੰਗਤ ਵੀ ਤਾਂ ਚਾਹੁੰਦੀ ਹੀ ਸਨ ਕਿ ਬਾਪੂ ਜੀ ਨਾਲ ਚੱਲਣ, ਪਰ ਕੇਵਲ ਭਾਈ ਸੱਜਣ ਸਿੰਘ ਜੀ ਅਜੇ ਸਹਿਮਤ ਨਹੀਂ ਸਨ। ਪਰ ਬਾਪੂ ਜੀ ਦਾ ਹੁਕਮ ਉਲਟਾਉਣ ਦੀ ਸ਼ਕਤੀ ਕਿਸੇ ਨੂੰ ਨਹੀਂ ਸੀ। ਅੰਤ ਉਹ ਵੀ ਕਹਿਣ ਲੱਗੇ, ਚੰਗਾ ਭਾਈ ਲੈ ਜਾ ਫੁੱਲਾਂ ਵਾਂਗ, ਅਸੀਂ ਤਿਆਰ ਹਾਂ। ਜੋ ਅੰਤਰੀਵੀ ਖੁਸ਼ੀਆਂ ਦਾਸਰੇ ਨੂੰ ਉਸ ਵੇਲੇ ਪ੍ਰਾਪਤ ਹੋਈਆਂ ਉਹ ਲਿਖੀਆਂ ਨਹੀਂ ਜਾ ਸਕਦੀਆਂ। ਹੀਰਾ ਹੁਲਸਾਓ ਵਿੱਚ ਬਾਗ-ਬਾਗ ਹੋ ਗਿਆ। ਦਾਸਰੇ ਨੇ ਝੱਟ ਪਹਿਲਾ ਫੋਨ ਸਟੇਸ਼ਨ ਤੇ ਕੀਤਾ, ਦੂਜਾ ਸਟੇਸ਼ਨ ਪੁੱਜ ਕੇ ਦਿੱਲੀ। ਦਾਸਰੇ ਦੇ ਖੁਸ਼ੀ ਨਾਲ ਜ਼ਮੀਨ ਤੇ ਪੈਰ ਨਾ ਲੱਗਣ। ਮੈਨੂੰ ਇਹ ਵੀ ਯਾਦ ਨਹੀਂ ਕਿ ਉਸ ਦਿਨ ਲੰਗਰ ਛਕਿਆ ਕਿ ਨਹੀਂ ਛਕਿਆ। ਹਾਂ, ਇਸ ਵਿਗਾਸ ਨੇ ਕੋਈ ਭੁੱਖ ਰਹਿਣ ਨਹੀਂ ਦਿੱਤੀ। ਇਤਨਾ ਵੀ ਯਾਦ ਹੈ ਕਿ ਸਟੇਸ਼ਨ ਉੱਤੇ ਭਾਈ ਸਾਹਿਬ ਜੀ ਅਤੇ ਸੰਗਤਾਂ ਨੂੰ ਪਹੁੰਚਾਉਣ ਦੀ ਜ਼ਿੰਮੇਵਾਰੀ ਲੁਧਿਆਣੇ ਵਾਲੀ ਸੰਗਤ ਨੇ ਲੈ ਲਈ। ਦਾਸਰਾ ਸਟੇਸ਼ਨ ਤੇ 11 ਕੁ ਵਜੇ ਪੁੱਜ ਗਿਆ ਤੇ ਸਟੇਸ਼ਨ ਮਾਸਟਰ ਦੇ ਕਮਰੇ ਵਿੱਚ ਬੈਠ ਗਿਆ। ਮੇਰੇ ਬੈਠੇ ਹੀ ਸਟੇਸ਼ਨ ਮਾਸਟਰ ਨੇ ਅੰਮ੍ਰਿਤਸਰ ਟੈਲੀਫੋਨ ਕੀਤਾ ਕਿ ਨਵੀਂ ਦਿੱਲੀ ਜਾਣ ਵਾਸਤੇ ਫਲਾਈਂਗ ਮੇਲ ਵਿੱਚ ਫਸਟ ਕਲਾਸ 4 ਬਰਥਾਂ ਵਾਲਾ ਕਮਰਾ ਚੰਗੀ ਤਰ੍ਹਾਂ ਸਾਫ਼ ਡਿਸਇਨਫੈਕਟ ਕਰਾ ਕੇ ਗਾਰਡ ਤੋਂ ਲੌਕ ਕਰਵਾ ਕੇ ਲੁਧਿਆਣੇ ਭੇਜ ਦਿੱਤਾ ਜਾਏ। ਸਰਦਾਰ ਜੋਤ ਸਿੰਘ ਹੋਰਾਂ ਦੇ ਸੰਤਾਂ ਨੇ ਜਾਣਾ ਹੈ। ਹੋਰ ਇੰਤਜ਼ਾਮ ਕਰਦਿਆਂ ਪਤਾ ਉਦੋਂ ਹੀ ਲੱਗਾ ਜਦੋਂ 3:30 ਕੁ ਵਜੇ ਗੱਡੀ ਆ ਗਈ। ਰੇਲਵੇ ਦਾ ਸਾਰਾ ਅਮਲਾ ਫੈਲਾ ਗੱਡੀ ਆਉਣ ਤੋਂ ਪਹਿਲਾਂ ਭਾਈ ਸਾਹਿਬ ਤੇ ਸੰਗਤਾਂ ਦੇ ਸਵਾਗਤ ਵਿੱਚ ਇਉਂ ਲੱਗਿਆ ਹੋਇਆ ਸੀ ਜਿਵੇਂ ਕੋਈ ਰੇਲਵੇ ਦਾ ਵੱਡਾ ਅਫਸਰ ਬਦਲੀ ਹੋ ਕੇ ਜਾ ਰਿਹਾ ਹੋਵੇ। ਗੱਡੀ ਦਾ ਡੱਬਾ ਬਾਹਰੋਂ ਹਰਾ ਅਤੇ ਪੱਤਿਆਂ ਨਾਲ ਸਜਾਇਆ ਹੋਇਆ ਸੀ। ਭੱਜਦਾ ਗਾਰਡ ਆ ਗਿਆ ਤੇ ਤਾਲਾ ਖੋਲ ਕੇ ਖਲੋ ਗਿਆ। ਜਦ ਭਾਈ ਸਾਹਿਬ ਜੀ ਡੱਬੇ ਕੋਲ ਆਏ ਤਾਂ ਰੇਲਵੇ ਵਾਲਿਆਂ ਨੇ ਉਹਨਾਂ ਨੂੰ ਹਾਰ ਪਹਿਰਾਉਣੇ ਸ਼ੁਰੂ ਕਰ ਦਿੱਤੇ। ਸਭ ਤੋਂ ਪਹਿਲਾਂ ਸਟੇਸ਼ਨ ਮਾਸਟਰ ਨੇ ਮੈਨੂੰ ਹਾਰ ਪਾਉਣ ਲਈ ਦਿੱਤਾ, ਫਿਰ ਆਪ ਪਾਇਆ। ਇਸ ਪਿੱਛੋਂ ਗਾਰਡ ਨੇ
ਫਿਰ ਤਾਂ ਸਭ ਨੇ ਆਪਣੀ ਆਪਣੀ ਖੁਸ਼ੀ ਕੀਤੀ। ਬਾਕੀ ਸੰਗਤ ਨਾਲ ਦੇ 3rd ਕਲਾਸ ਦੇ ਡੱਬੇ ਵਿੱਚ ਚੜ੍ਹ ਗਈ। ਕੁਝ ਅੰਮ੍ਰਿਤਸਰ ਅਤੇ ਰਸਤੇ ਵਿੱਚੋਂ ਸੰਗਤਾਂ ਵੀ ਇਸੇ ਗੱਡੀ ਵਿੱਚ ਸਨ। ਭਾਈ ਕੰਵਰ ਸਿੰਘ STEP ਨਾਲ ਸਨ। ਭਾਈ ਸਾਹਿਬ ਜੀ ਅਤੇ ਬਾਊ ਮਲ ਸਿੰਘ ਜੀ ਦੋਨੇ ਲੋਅਰ ਬਰਥਾਂ ਤੇ ਲਿਟਾ ਦਿੱਤੇ ਤੇ ਦਾਸਰਾ ਹਾਜ਼ਰੀ ਵਿੱਚ ਹੋ ਗਿਆ। ਬਾਊ ਮਲ ਸਿੰਘ ਜੀ ਨੇ ਤੇ ਭਾਈ ਸਾਹਿਬ ਜੀ ਨੇ ਦਾਸ ਨੂੰ ਕਿਹਾ ਕਿ ਮੈਂ ਵੀ ਉੱਪਰਲੇ ਬਰਥ ਤੇ ਆਰਾਮ ਕਰ ਲਵਾਂ, ਪਰ ਮੈਨੂੰ ਆਰਾਮ ਦੀ ਕੀ ਲੋੜ ਸੀ। ਮੈਨੂੰ ਤਾਂ ਜਨਮ ਦੇ ਆਰਾਮ ਮਿਲ ਗਏ ਸਨ ਜਦੋਂ ਭਾਈ ਸਾਹਿਬ ਜੀ ਨੇ ਦਿੱਲੀ ਆਉਣ ਲਈ ਹਾਂ ਕਰ ਦਿੱਤੀ। ਜਲਦੀ ਹੀ ਗੱਡੀ ਨਵੀਂ ਦਿੱਲੀ ਸਟੇਸ਼ਨ ਤੇ ਪੁੱਜ ਗਈ ਤੇ ਲੋਕਲ ਸੰਗਤਾਂ ਨੇ ਫੁੱਲਾਂ ਵਾਂਗੂ ਹੀ ਭਾਈ ਸਾਹਿਬ ਜੀ ਅਤੇ ਹੋਰ ਸੰਗਤਾਂ ਨੂੰ ਤਲੀਆਂ ਤੋਂ ਚੁੱਕ ਕੇ ਵਿਸਰਾਮ ਅਸਥਾਨਾਂ ਤੇ ਪੁਜਾ ਦਿੱਤਾ। ਅਗਲੇ 2-3 ਦਿਨ ਖੂਬ ਸਮਾਗਮ ਹੋਏ, ਪਰ ਭਾਈ ਸਾਹਿਬ ਜੀ ਨੂੰ ਘੱਟ ਤੋਂ ਘੱਟ ਖੇਚਲਾਂ ਦਿੱਤੀਆਂ ਗਈਆਂ। ਕੀਰਤਨ ਲਈ ਤਾਂ ਸ਼ਾਰੀਰਿਕ ਖੇਚਲ ਕਰਨ ਲਈ ਕਿਸੇ ਨੇ ਕਹਿਣਾ ਹੀ ਨਹੀਂ ਸੀ, ਪਰ ਸੰਖੇਪ ਹਾਜ਼ਰੀਆਂ ਜ਼ਰੂਰ ਭਰਦੇ ਰਹੇ। ਰਹਿਣ ਸਭਾਈ ਵਿੱਚ ਖੇਚਲ ਕਰਨ ਤੋਂ ਸੰਕੋਚ ਕਰਾਇਆ ਗਿਆ, ਪਰ ਭਾਈ ਸਾਹਿਬ ਜੀ ਵੱਲੋਂ ਕਿਸੇ ਕਿਸਮ ਦੀ ਨਾ ਨੁੱਕਰ ਨਹੀਂ ਸੀ। ਜਿਵੇਂ ਸੰਗਤ ਕਹਿੰਦੀ ਕਰੀ ਜਾਂਦੇ। ਇਸ ਤਰ੍ਹਾਂ ਬੜੀਆਂ ਚੜ੍ਹਦੀਆਂ ਕਲਾ ਦੇ ਸਮਾਗਮ ਹੋਏ। ਦਿੱਲੀ ਦੀਆਂ ਸੰਗਤਾਂ ਨੇ ਅਤੇ ਭਾਈ ਸਾਹਿਬ ਜੀ ਨੇ ਇਸ ਦਾਸਰੇ ਨੂੰ ਬਹੁਤ ਨਿਵਾਜਿਆ। ਦਾਸਰੇ ਨੂੰ ਭਾਈ ਸਾਹਿਬ ਜੀ ਨੂੰ ਵਾਪਸ ਲੁਧਿਆਣੇ ਪਹੁੰਚਾਉਣ ਦੇ ਬਾਰੇ ਕੁਝ ਵੀ ਯਾਦ ਨਹੀਂ ਆ ਰਿਹਾ। ਸ਼ਾਇਦ ਕਿਸੇ ਕਾਰ ਵਿੱਚ ਗਏ ਹੋਣਗੇ, ਪਰ ਗੱਡੀ ਰਾਹੀਂ ਵਾਪਸ ਲਿਜਾਉਣ ਬਾਰੇ ਦਾਸਰੇ ਨੂੰ ਬਿਲਕੁਲ ਯਾਦ ਨਹੀਂ ਹੈ। ਇਸ ਸਮਾਗਮ ਤੋਂ ਬਾਅਦ ਭਾਈ ਸਾਹਿਬ ਜੀ ਬਾਹਰ ਕਿਧਰੇ ਵੀ ਨਹੀਂ ਗਏ। ਲੁਧਿਆਣੇ ਦੇ 1 ਜਾਂ 2 ਲੋਕਲ ਸਮਾਗਮਾਂ ਤੇ ਮੱਥਾ ਟੇਕਣ ਲਈ ਜ਼ਰੂਰ ਆਉਂਦੇ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।